ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਅੱਜ ਛੋਟੇ ਛੋਟੇ ਬੱਚੇ ਬੜੇ ਖੁਸ਼ ਨੇ। ਇੱਕ ਹੱਥ 'ਚ ਲੱਡੂ, ਇੱਕ ਹੱਥ 'ਚ ਬਰਫੀ, ਜੇਬਾਂ 'ਚ ਪੈਸੇ, ਕਿਉਂਕਿ ਅੱਜ ਈਦੀ ਮਿਲੀ ਹੈ। ਲੋਕ ਤਿਆਰ ਹੋ ਕੇ ਈਦਗਾਹ ਜਾ ਰਹੇ ਨੇ, ਨਮਾਜ਼ ਅਦਾ ਕਰ ਰਹੇ ਨੇ, ਸ਼ੁਕਰਾਨਾ ਅਦਾ ਕਰ ਰਹੇ ਨੇ ਖੁਦਾ ਦਾ, ਤੇ ਇੱਕ ਦੂਜੇ ਨੂੰ ਗਲੇ ਮਿਲ ਰਹੇ ਨੇ, ਕਹਿ ਰਹੇ ਨੇ ਈਦ ਮੁਬਾਰਕ। ਤੁਹਾਨੂੰ ਸਾਰਿਆਂ ਨੂੰ ਵੀ ਈਦ ਮੁਬਾਰਕ। ਅੱਜ ਹੈ ਈਦ ਉਲ ਫਿਤਰ ਤੇ ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਅਸੀਂ ਭਾਰਤ ਵਰਗੇ ਖੂਬਸੂਰਤ ਮੁਲਕ ਦੇ ਵਿੱਚ ਜਨਮ ਲਿੱਤਾ ਹੈ। ਅਸੀਂ ਸਾਰੇ ਜਾਣੇ ਸਾਰੇ ਤਿਉਹਾਰਾਂ ਨੂੰ ਇਕੱਠੇ ਹੋ ਕੇ ਮਨਾਉਂਦੇ ਹਾਂ। ਤਾਂ ਤੁਹਾਨੂੰ ਸਾਰਿਆਂ ਨੂੰ ਈਦ ਦੀਆਂ ਖੁਸ਼ੀਆਂ, ਈਦ ਦੀਆਂ ਬਰਕਤਾਂ ਮੁਬਾਰਕ। ਔਰ ਇਸ ਮੌਕੇ ਦੇ ਉੱਤੇ, ਇਸ ਮੁਬਾਰਕ ਮੌਕੇ ਦੇ ਉੱਤੇ, ਮੁਬਾਰਕ ਦਿਨ ਦੇ ਉੱਤੇ ਅਸੀਂ ਦਾਵਤ ਦਿੱਤੀ ਹੈ ਡਾਕਟਰ ਮੁਹੰਮਦ ਰਫੀ ਸਾਹਿਬ ਨੂੰ, ਜੋ ਕਿ ਸੀਨੀਅਰ ਵਾइस ਚੇਅਰਮੈਨ ਨੇ ਪੰਜਾਬ ਸਟੇਟ ਕਮਿਸ਼ਨ ਫॉर ਮਾਈਨੋਰਿਟੀਜ਼, ਗਵਰਨਮੈਂਟ ਆਫ ਪੰਜਾਬ, ਚੰਡੀਗੜ੍ਹ। ਆਦਾਬ। आदाब। ईद मुबारक। ईद मुबारक। और ਜਦੋਂ ਅਸੀਂ ਦੇਖਦੇ ਹਾਂ ਕਿ ਸਾਰੇ ਜਾਣੇ ਅੱਜ ਖੁਸ਼ ਨੇ, जी ਕਿਉਂ? ਕਿਉਂਕਿ ਸਾਰੇ ਜਾਣੇ ਅਸੀਂ ਜ਼ਿੰਦਗੀ ਦੀ ਜੱਦੋ ਜਹਿਦ ਵਿੱਚ ਲੱਗੇ ਹੋਏ ਹਾਂ, ਮਿਹਨਤ ਕਸ਼ ਹਾਂ, ਔਰ ਤਿਉਹਾਰ ਸਾਨੂੰ ਰਾਹਤ ਵੀ ਦਿੰਦੇ ਨੇ, ਬਿਲਕੁਲ। ਖੁਸ਼ੀ ਵੀ ਦਿੰਦੇ ਨੇ, ਸਕੂਨ ਵੀ ਦਿੰਦੇ ਨੇ, ਚੈਨ ਵੀ ਦਿੰਦੇ ਨੇ। ਸੋ ਅਸੀਂ ਈਦ ਦੀ ਕਹਾਣੀ ਤੁਹਾਡੇ ਕੋਲੋਂ ਸੁਣਾਂਗੇ ਜੀ। ਕਿ ਕਿਸ ਤਰ੍ਹਾਂ ਸਾਨੂੰ ਸਕੂਨ ਮਿਲਦਾ ਹੈ ਜੀ। ਈਦ ਦੇ ਦਿਨ, ਕਿਸ ਤਰ੍ਹਾਂ ਸਾਨੂੰ ਰਾਹਤ ਮਿਲਦੀ ਹੈ। ਦੇਖੋ, ਜੇ ਅਸੀਂ ਸ਼ਬਦਕੋਸ਼ ਵਿੱਚ, ਡਿਕਸ਼ਨਰੀ ਦੇ ਵਿੱਚ ਜੀ। ਈਦ ਦੇ ਮਾਨੇ ਤਲਾਸ਼ ਕਰਦੇ ਹਾਂ ਤਾਂ ਈਦ ਦਾ ਮਤਲਬ ਹੈ ਖੁਸ਼ੀ। ਔਰ ਖੁਸ਼ੀ ਜਿਹੜੀ ਹੈ ਉਸ ਦਾ ਇਜ਼ਹਾਰ ਜਿਹੜਾ ਹੈ ਉਹ ਬੰਦਾ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਹੈ। ਦੂਜੀ ਗੱਲ ਇਹ ਹੈ ਵੀ ਈਦ ਦਾ ਇੱਕ ਹੋਰ ਮਾਨਾ ਜਿਹੜਾ ਹੈ ਉਹ ਬਾਰ-ਬਾਰ ਆਉਣ ਵਾਲੀ ਚੀਜ਼ ਨੂੰ ਵੀ ਈਦ ਕਿਹਾ ਜਾਂਦਾ ਹੈ। ਜੀ। ਕਿਉਂਕਿ ਇਹ ਹਰ ਸਾਲ ਆਉਂਦੀ ਹੈ, ਹਰ ਸਾਲ ਮਨਾਈ ਜਾਂਦੀ ਹੈ, ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ, ਇਸ ਕਰਕੇ ਇਸ ਨੂੰ ਈਦ ਕਹਿੰਦੇ ਨੇ। ਤੇ ਹੁਣ ਇਹ ਜਿਹੜੀ ਈਦ ਹੈ ਇਹ ਈਦ ਉਲ ਫਿਤਰ ਹੈ। ਬਿਲਕੁਲ। ਹੁਣ ਤੁਹਾਡਾ ਸਵਾਲ ਇਹ ਹੋਏਗਾ ਕਿ ਈਦ ਉਲ ਫਿਤਰ ਤੋਂ ਮੁਰਾਦ ਕੀ ਹੈ? ਕੀ ਮੁਰਾਦ ਹੈ? ਬਿਲਕੁਲ। ਦੇਖੋ, ਅਗਰ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਦੋ ਈਦਾਂ ਜੀ ਤੇ ਈਦ ਮਿਲਾਦੁਨ ਨਬੀ। ਹੁਣ ਇੱਕ ਤਾਂ ਹੈ ਅੱਜ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਉਹ ਹੈ ਈਦ ਉਲ ਫਿਤਰ। ਫਿਤਰ ਦਾ ਮਤਲਬ ਹੈ ਖੋਲ੍ਹਣਾ। ਜੀ। ਇਸ ਕਰਕੇ ਇਸ ਨੂੰ ਈਦ ਉਲ ਅਫਤਾਰ ਵੀ ਕਹਿ ਸਕਦੇ ਹਾਂ। ਔਰ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਪੂਰੇ ਮਹੀਨੇ, ਰਮਜ਼ਾਨ ਦੇ ਪੂਰੇ ਮਹੀਨੇ ਜੀ ਜਿਹੜੀਆਂ ਨੇ ਅਫਤਾਰੀਆਂ ਦਾ ਜਿਹੜਾ ਸਿਲਸਿਲਾ ਹੈ, ਅਫਤਾਰੀਆਂ ਦਾ ਮਤਲਬ ਇਹ ਹੈ ਵੀ ਰੋਜ਼ਾ ਖੋਲ੍ਹਣ ਦੀ ਰਸਮ ਜਿਹੜੀ ਹੈ ਉਸਨੂੰ ਅਸੀਂ ਅਫਤਾਰੀ ਕਹਿ ਲਈਏ ਤਾਂ ਜ਼ਿਆਦਾ ਵਧੀਆ ਹੋਏਗਾ। ਜੀ। ਕਿ ਪੂਰੇ ਮਹੀਨੇ ਜਿਹੜੇ ਨੇ ਉਹ ਰੋਜ਼ੇ ਜਿਹੜੇ ਨੇ ਉਹ ਆਪਣੇ ਦੋਸਤ ਮਿੱਤਰ ਜਿਹੜੇ ਨੇ, ਆਪਣੇ ਰਿਸ਼ਤੇਦਾਰ, ਇੱਕ ਦੂਜੇ ਦੇ ਜਿੱਦਾਂ ਮਾਪੇ ਜਿਹੜੇ ਨੇ, ਜਿਹੜੀਆਂ ਧੀਆਂ ਬਾਹਰ ਵਿਆਹੀਆਂ ਹੋਈਆਂ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਰੋਜ਼ੇ ਖੁਲਾਉਂਦੇ ਨੇ। ਜੀ। ਤੇ ਇਸ ਤੋਂ ਬਾਅਦ ਈਦ ਜਿਹੜੀ ਹੈ ਮਨਾਈ ਜਾਂਦੀ ਹੈ, ਕਿਉਂਕਿ ਇਹ ਜਿਹੜੀ ਹੈ ਰੋਜ਼ਾ ਅਫਤਾਰੀ ਤੋਂ ਬਾਅਦ ਦੀ ਈਦ ਹੈ, ਰੋਜ਼ਿਆਂ ਤੋਂ ਬਾਅਦ ਦੀ ਈਦ ਹੈ। ਇਸ ਕਰਕੇ ਇਸ ਈਦ ਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ। ਜੀ। ਔਰ ਇਸ ਤੋਂ ਬਾਅਦ 2 ਮਹੀਨੇ ਵਾਲੀ ਜਿਹੜੀ 2 ਮਹੀਨੇ 10 ਦਿਨ ਬਾਅਦ ਆਏਗੀ ਈਦ, ਉਸ ਨੂੰ ਈਦ ਉਲ ਅਜ਼ਹਾ ਕਿਹਾ ਜਾਂਦਾ ਹੈ। ਉਹ ਕੁਰਬਾਨੀ ਦੀ ਈਦ ਹੈ। ਇਹ ਜਿਹੜੀ ਈਦ ਹੈ ਇਹ ਰੋਜ਼ਿਆਂ ਤੋਂ, ਰੋਜ਼ਾ ਮਤਲਬ ਪੂਰੇ ਮਹੀਨੇ ਜਿਹੜੇ ਨੇ, ਰਮਜ਼ਾਨ ਦੇ ਪੂਰੇ ਮਹੀਨੇ ਤੋਂ ਬਾਅਦ ਈਦ ਮਨਾਈ ਜਾਂਦੀ ਹੈ। ਇਸ ਕਰਕੇ ਇਸ ਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ। ਭਾਵ ਇਹ ਹੈ ਕਿ ਰੋਜ਼ੇ ਖੋਲ੍ਹ ਲਏ ਬੜੇ ਚਾਵਾਂ ਤੇ ਮਲਾਰਾਂ ਦੇ ਨਾਲ, ਬੜੀ ਮਿਹਨਤ ਨਾਲ, ਤੇ ਇਸ ਤੋਂ ਬਾਅਦ ਹੁਣ ਉਸ ਦਾ ਇਜ਼ਹਾਰ ਜਿਹੜਾ ਹੈਗਾ, ਉਸ ਰੋਜ਼ਿਆਂ ਦੇ ਇਜ਼ਹਾਰ ਜਿਹੜਾ ਹੈਗਾ, ਸ਼ੁਕਰਾਨਾ ਜਿਹੜਾ ਹੈ, ਉਸ ਨੂੰ ਅਸੀਂ ਈਦ ਕਹਿ ਲਈਏ ਤਾਂ ਜ਼ਿਆਦਾ ਬੈਟਰ ਹੋਏਗਾ। ਮੁਹੰਮਦ ਸਾਹਿਬ ਜੀ। ਜਦੋਂ ਰੋਜ਼ਿਆਂ ਦਾ ਜ਼ਿਕਰ ਕਰਦੇ ਨੇ, ਜੀ। ਰਮਜ਼ਾਨ ਦੇ ਰੋਜ਼ੇ, ਹਾਂਜੀ। ਤਾਂ ਉਹਨਾਂ ਦੇ ਨਾਲ ਜੋ ਜੁੜੀ ਹੋਈ ਕਹਾਣੀ ਹੈ ਹਾਂ। ਰਮਜ਼ਾਨ ਦੇ ਮਹੀਨੇ ਦੀ ਔਰ ਕੁਰਾਨ ਸ਼ਰੀਫ ਦੀ, ਹਾਂਜੀ। ਉਸ ਦੇ ਬਾਰੇ ਜਾਨਣਾ ਚਾਹਾਂਗੇ। ਦੇਖੋ, ਗੱਲ ਇਹ ਹੈ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦੀ ਜ਼ਾਤ ਗ੍ਰਾਮੀ ਜਿਹੜੀ ਹੈ ਕਿਸੇ ਤਾਰਫ ਦੀ ਮੁਤਾਜ ਨਹੀਂ। ਬਿਲਕੁਲ। ਉਹ ਆਖਰੀ ਪੈਗੰਬਰ ਸਨ ਅੱਲਾ ਦੇ, ਤੇ ਕੁਰਾਨ ਜਿਹੜੀ ਹੈ ਉਹ ਆਖਰੀ ਕਿਤਾਬ ਹੈ। ਕੁਰਾਨ ਇਹ ਕਹਿ ਲਈਏ, ਕੁਰਾਨ ਕੌਨਸਟੀਟਿਊਸ਼ਨ ਹੈ, ਤੇ ਹਜ਼ਰਤ ਮੁਹੰਮਦ ਜਿਹੜੇ ਨੇ ਉਹ ਅੱਲਾ ਦੇ ਆਖਰੀ ਪੈਗੰਬਰ ਨੇ। ਤੇ ਉਹਨਾਂ ਬਾਰੇ ਇਹ ਗੱਲ, ਮਤਲਬ ਆਮ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਜਾਂਦੀ ਹੈ ਕਿ ਉਹ ਇੰਨੇ ਪੋਲਾਈਟ, ਬਤੌਰ ਨਬੀ, ਬਤੌਰ ਪੈਗੰਬਰ, ਉਹਨਾਂ ਦੀਆਂ ਆਪਣੀਆਂ ਵੱਡੀਆਂ, ਮਤਲਬ ਜਿਹੜੀਆਂ ਸੀਗੀਆਂ ਵੱਡੀ ਸ਼ਖਸੀਅਤ, ਪ੍ਰਾਪਤੀਆਂ, ਤੇ ਬਤੌਰ ਖਾਵਿੰਦ, ਜੀ, ਬਤੌਰ ਬ੍ਰਦਰ, ਬਤੌਰ ਇੱਕ ਗਾਈਡ, ਉਹਨਾਂ ਦੀਆਂ ਆਪਣੀਆਂ, ਉਹਨਾਂ ਨੂੰ ਜਿਹੜਾ ਹੈਗਾ ਉਹ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਵਡਿਆਈ ਨੂੰ
ਲਫ਼ਜ਼ਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ। ਜੀ, ਪਰ ਇੱਕ ਦਰੁਸਤ। ਗੱਲ ਜ਼ਰੂਰ ਹੈ, ਮਤਲਬ ਇਹ ਇੱਕ ਮੁਸਤਨਦ ਹਕੀਕਤ ਹੈ ਇਸਲਾਮੀ ਪੁਆਇੰਟ ਆਫ ਵਿਊ ਨਾਲ, ਕਿ ਇਹ ਗੱਲ ਹੈ ਕਿ ਰੱਬ ਇੱਕ ਹੈ ਔਰ ਉਸ ਦੀ ਪ੍ਰਸ਼ੰਸਾ ਜਿਹੜੀ ਹੈ ਜੀ ਕਿ ਬਾ ਖੁਦਾ, ਫਾਰਸੀ ਦਾ ਇੱਕ ਸ਼ੇਰ ਹੈ ਕਿ ਬਾ ਖੁਦਾ ਦੀਵਾਨਾ ਬਾਸ਼ਦ, ਬਾ ਖੁਦਾ ਦੀਵਾਨਾ ਬਾਸ਼ਦ, ਬਾ ਮੁਹੰਮਦ ਹੋਸ਼ਿਆਰ। ਅਗਰ ਤੁਸੀਂ ਰੱਬ ਦੀ ਪ੍ਰਸ਼ੰਸਾ ਕਰਨੀ ਹੈ ਤਾਂ ਦੀਵਾਨੇ ਹੋ ਕੇ ਕਰੋ। ਰੱਬ ਜਿਹੜਾ ਕੁਝ ਸਭ ਕੁਝ ਕਰ ਸਕਦਾ ਹੈ, ਹਰ ਚੀਜ਼ ਦਾ ਮਾਲਿਕ ਹੈ ਉਹ। ਤੇ ਬਾ ਮੁਹੰਮਦ, ਅਗਰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਪ੍ਰਸ਼ੰਸਾ ਕਰਨੀ ਹੈ ਤਾਂ ਉਹ ਹਜ਼ਰਤ ਮੁਹੰਮਦ ਜਿਹੜੇ ਨੇ ਉਹ ਅੱਲਾ ਦੇ ਮਹਿਬੂਬ ਸੀ, ਅੱਲਾ ਦੇ ਰਸੂਲ ਸੀ, ਉਹ ਰੱਬ ਨਹੀਂ ਸੀ। ਉਹਨਾਂ ਦਾ ਜਿਹੜਾ ਦਰਜਾ ਜਿਹੜਾ ਹੈ ਉਹ ਬਤੌਰ ਰਸੂਲ, ਬਤੌਰ ਇਹ, ਇਸ ਕਰਕੇ ਬਾਖੁਦਾ ਦੀਵਾਨਾ ਬਾਸ਼ਦ। ਜਦੋਂ ਅਸੀਂ ਰੱਬ ਦੀ ਗੱਲ ਕਰਨੀ ਹੈ ਤਾਂ ਪੂਰੇ ਪਾਗਲਾਂ वांग करो कि मेरे मौला, मेरे खालिक, मेरे आका सुन ले, मेरे हराइब को रहमत की नज़र से चुन ले। तू अगर चाहे तो इंसान के पर लग जाएं, तेरी कुदरत से दरख्तों के भी सर लग जाएं, तेरी वो ज़ात के दरियाओं को पत्थर कर दे, तू अगर चाहे तो कतरे में समंदर भर दे। तो ये गल्लां ਜਿਹੜੀਆਂ ਨੇ ਅਸੀਂ ਰੱਬ ਬਾਰੇ ਜਿਹੜੀਆਂ ਆਖ ਸਕਦੇ ਹਾਂ। ਤੇ ਹਜ਼ਰਤ ਮੁਹੰਮਦ ਜਿਹੜੇ ਸੀ ਉਹ ਅੱਲਾ ਦੇ ਆਖਰੀ ਰਸੂਲ ਸਨ। कहा जाता है ना कि ज़ात पे उसकी भरोसा है तो बंदे एक दिन रात के सीने से सूरज भी निकल सकता हाँ, है। बिल्कुल 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 बिल्कुल। सो खुदा दी इबादत वाल सानू मुहम्मद साहब लैके गए और उसे इबादत नू असी ध्यान विच रखदे होए रोज़े रखदे हाँ और कुरान दा असी पाठ करदे। देखो एक गल चीज़ है, मतलब ये रवायत नहीं बल्कि मुस्तनद हकीकत है जी कि ये गल के रोज़े जिहड़े ने वो हर हज़रत आदम तो लैके हज़रत मुहम्मद तक ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਰੋਜ਼ੇ ਜਿਹੜੇ ਨੇ ਉਹ ਮੌਜੂਦ ਰਹੇ ਨੇ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਜਦੋਂ ਇਹਨਾਂ ਦੀ ਪੈਦਾਇਸ਼ ਤੋਂ ਪਹਿਲਾਂ ਵੀ ਰੋਜ਼ਿਆਂ ਦਾ ਜਿਹੜਾ ਕਨਸੈਪਟ ਹੈ ਉਹ ਇਸਲਾਮ ਦੇ ਵਿੱਚ ਰਿਹਾ ਹੈ, ਮੌਜੂਦ ਹੈ। ਔਰ ਇਸ ਕਰਕੇ ਮਤਲਬ ਇਹ ਹੈ, ਇਹਦਾ ਬੁਨਿਆਦੀ ਜਿਹੜਾ ਇਸਲਾਮ ਦਾ ਜਿਹੜਾ ਮਤਲਬ ਸਬਰੇ ਕਰ ਕਿ ਆਮਨਤु बिल्लाहि, ईमान लाया मैं अल्लाह पर, व मलाइकतिही, उसके फरिश्तों पर जी, व कुतुबी ही, उसकी किताबों पर, व रुसुली ही, उसके रसूलों पर। ईमान लाया मैं अल्लाह पर, उसकी किताबों पर, उसके फरिश्तों पर, मतलब वल यौमिल आखिरी, क़यामत के दिन पर, वल क़द्र खैरिही व शर्रिही मिनल्लाहि ताला, वल बासी बादल मौत, तकदीर दे अच्छे ते बुरे खून ते मैं ईमान ले आया ते कब्र तो बाद जड़ी आखरत दे दिन जड़ा उठाया जाएगा मेरा उस ते ईमान है। ये समझ लो ये बुनियाद जड़ी है, ये इस्लाम की बुनियाद है। अल्लाह एक है ते मैं अल्लाह ते ईमान ला, आमनतु बिल्लाहि व मलाइकति, मैं ईमान लाया मैं अल्लाह ते उसके रसूलां ते उसकी किताबां ते, ये सारा जिहड़ा हैगा ये बुनियाद है। बहुत खूबसूरत। डॉक्टर साहब ਅਸੀਂ ਇਹ ਜਾਨਣਾ ਚਾਹਾਂਗੇ ਕਿ ਹੁਣ ਅੱਜ ਈਦ ਮਨਾਣੀ जी ਤੇ ਸ਼ੁਰੂਆਤ ਕਿੱਦਾਂ ਹੁੰਦੀ ਹੈ ਦਿਨ ਦੀ, ਕਿਉਂਕਿ ਈਦ ਬੱਚਿਆਂ ਦਾ ਤਿਉਹਾਰ ਹੈ, ਜੀ ਈਦ ਰੋਜ਼ੇਦਾਰਾਂ ਦਾ ਤਿਉਹਾਰ ਹੈ, ਉਹ ਸ਼ੁਕਰਾਨਾ ਅਦਾ ਕਰਦੇ ਨੇ ਕਿ ਉਹ ਸਫਲ ਹੋਏ ਰੋਜ਼ੇ ਰੱਖਣ ਦੇ ਵਿੱਚ। ਈਦ ਦੇ ਦਿਨ ਦੀ ਸ਼ੁਰੂਆਤ ਕਿੱਦਾਂ, ਸਭ ਤੋਂ ਪਹਿਲਾਂ ਸਵੇਰੇ ਕੀ ਕਰਦੇ ਆ? देखो बुजुर्गों तो ये रवायत सुनते आए हाँ जी कि ईद तो सचमुच बच्चों की है या फिर रोज़ेदारों की है। असल ईद जिहड़ी है वो एक तोहफा है जी रोज़ेदारां नूं और बच्चियां दी। इस करके ईद है, तुसी यकीन करो कि बच्चे जिहड़े ने 1 साल तो ईद नूं सूट पावांगे, ईद नूं मुआजे पावांगे, ईद नूं शेवियां खावांगे, ईद नूं मतलब शीरमाल खावांगे, खीर खावांगे, फिरनी खावांगे, मतलब मिठाइयां खावांगे ते ईद नवे कपड़े पावांगे ते ईद पढ़न जावांगे। छोटे छोटे बच्चे जो अपने पापा की उंगली पकड़ के जो ईद पढ़न जाते तो मतलब उन्होंने इदां लगता है कि ईद जिहड़ा हैगा बहुत वड्डी गल है और इस करके उन्होंने खुशी। और सब तो वड्डी गल है कि ईदी मिलेगी। मैनू याद है सर, तो मैनू इस गल का ही चाਅ सी जो मैं बच्चा सी कि मैनू ईद वाले दिन मैं नवे कपड़े पावांगा ते मैनू ईद वाले दिन मैं मिठाइयां खावांगा ते मैनू इस तो इलावा मैं इतर लावांगा, खुशबू लावांगा ते सब तो वड्डी गल ये है कि मैनू एक चवानी मिलूगी। ये जी चवानी सी सर, ये बहुत वड्डी मतलब इदां लगदा सी मेरे ख्याल चवानी जिहड़ी सीगी वो अज दे 25 पैसे जिहड़े ने अज 25 पैसे ते ओ मिलेगी। मतलब इदां सी भी दुनिया दा कोई मैनू खजाना जिहड़ा है वो ईद वाले दिन मिलन जा रहा है जी। इस करके मतलब बच्चों की तो यही मानसिकता जी है वो अज भी बच्चों की है। सो सवेरे तैयार होना, हाँ सवेरे उठ के देखो 1 महीने दे एक होर तुहानूं गल दस दियां जी कि रोज़े फर्ज ने 1 महीने दे। हाँ जी वो रोज़े जिहड़े ने वो 29 भी हो सकते ने
ਤੇ ਉਹ ਰੋਜ਼ੇ 30 ਵੀ ਹੋ ਸਕਦੇ ਨੇ, ਕਿਉਂਕਿ ਰੋਜ਼ੇ ਜਿਹੜੇ ਨੇ ਉਹ ਚੰਦ ਤੇ ਡਿਪੈਂਡ ਕਰਦੇ ਨੇ ਜੀ। ਚੰਦ ਤੇ ਮੁਨਹਸਰ ਨੇ। ਕਈ ਵਾਰੀ 29 ਦਾ ਚੰਦ ਹੋ ਜਾਂਦਾ ਹੈ ਤੇ ਕਈ ਵਾਰੀ 30 ਦਾ ਚੰਦ ਹੋ ਜਾਂਦਾ, ਜਿਵੇਂ ਹੁਣ ਇਹ ਜਿਹੜੀ ਈਦ ਹੈ ਇਹ 30 ਦੀ ਈਦ ਹੈ ਜੀ, ਤੇ ਕਦੀ 29 ਰੋਜ਼ੇ ਵੀ ਹੋ ਜਾਂਦੇ ਨੇ। ਤੇ ਇਸ ਕਰਕੇ ਮਤਲਬ ਇਹ ਨਹੀਂ ਕਿ ਈਦ ਮਤਲਬ ਰੋਜ਼ੇ ਇੰਨੇ ਹੋਣਗੇ, ਕਦੀ ਵੀ 28 ਨਹੀਂ ਹੋਣਗੇ ਜਾਂ 29 ਹੋਣਗੇ ਜਾਂ 30 ਹੋਣਗੇ ਜਾਂ 30 ਹੋਣਗੇ। ਇਹਨੂੰ ਤੁਸੀਂ ਇੱਕ ਮਹੀਨਾ ਲਾ ਲਓ ਵੀ ਇੱਕ ਮਹੀਨਾ ਰੋਜ਼ੇ ਜਿਹੜੇ ਹੈ। ਔਰ ਰੋਜ਼ੇ ਦੀ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ, ਰੋਜ਼ਾ ਵੀ ਆਪਣੇ ਆਪ 'ਚ ਇੱਕ ਕੁਰਬਾਨੀ ਹੈ। ਰੋਜ਼ਾ ਆਪਣੇ ਆਪ 'ਚ ਇੱਕ ਤਿਆਗ ਹੈ ਜੀ, ਰੋਜ਼ਾ ਆਪਣੇ ਆਪ ਦੇ ਵਿੱਚ ਇੱਕ ਡਿਸਿਪਲਨ ਹੈ ਜੀ। ਕਿਉਂਕਿ ਰੋਜ਼ਾ ਕੀ ਹੈ, ਇੱਕ ਮਖਸੂਸ ਟਾਈਮ ਤੇ ਤੁਸੀਂ ਰੋਜ਼ਾ ਰੱਖਣਾ ਹੈ, ਖਾਸ ਟਾਈਮ ਤੇ ਰੋਜ਼ਾ ਰੱਖਣਾ ਹੈ ਤੇ ਖਾਸ ਟਾਈਮ ਤੇ ਰੋਜ਼ਾ ਖੋਲ੍ਹਣਾ ਹੈ। ਤੁਸੀਂ ਉਸ ਮਖਸੂਸ ਟਾਈਮ ਤੋਂ ਬਾਅਦ ਨਹੀਂ ਖਾ ਸਕਦੇ। ਤੇ ਇਹ ਗੱਲ ਹੈ ਕਿ ਅਗਰ ਕਣਕ ਦੇ ਦਾਣੇ ਜਿੰਨੀ ਚੀਜ਼ ਵੀ ਜੀ ਅਗਰ ਹਲਕ ਦੇ ਅੰਦਰ ਨਿਕਲ ਜਾਂਦੀ ਹੈ ਤਾਂ ਉਹ ਰੋਜ਼ਾ ਜਿਹੜਾ ਹੈਗਾ ਉਹ ਨਹੀਂ ਰਹਿੰਦਾ, ਰੋਜ਼ਾ ਟੁੱਟ ਜਾਂਦਾ ਹੈ। ਇਸ ਕਰਕੇ ਹੁਣ ਔਰ ਦੂਜੀ ਗੱਲ ਇੱਕ ਯਸ਼ ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਇਹਦੇ ਅੰਦਰ ਇੱਕ ਆਤਮਾ, ਇੱਕ ਰੂਹ ਜਿਹੜੀ ਹੈ, ਰੋਜ਼ੇ ਦੀ ਰੂਹ ਜਿਹੜੀ ਹੈ ਵੀ ਰੋਜ਼ਾ ਕੱਲਾ ਭੁੱਖ ਪਿਆਸ ਦਾ ਨਾਂ ਨਹੀਂ, ਰੋਜ਼ਾ ਅੱਖਾਂ ਦਾ ਵੀ ਰੋਜ਼ਾ ਹੈ ਜੀ, ਕਿ ਮਾੜਾ ਨਾ ਵੇਖੋ। ਰੋਜ਼ਾ ਕੰਨਾਂ ਦਾ ਵੀ ਰੋਜ਼ਾ ਹੈ ਕਿ ਮਾੜਾ ਨਾ ਸੁਣੋ। ਰੋਜ਼ਾ ਜ਼ੁਬਾਨ ਦਾ ਵੀ ਰੋਜ਼ਾ ਹੈ, ਮਾੜਾ ਨਾ ਬੋਲੋ, ਨਾ ਮਾੜਾ ਸੁਣੋ, ਕਿਉਂਕਿ ਰੋਜ਼ਾ ਅੱਖਾਂ ਦਾ ਵੀ ਹੈ, ਕੰਨਾਂ ਦਾ ਵੀ ਹੈ, ਨਾ ਮਾੜਾ ਵੇਖੋ ਤੇ ਨਾ ਮਾੜਾ ਬੋਲੋ। ਔਰ ਇੱਕ ਟਾਈਮ ਸਿਰ ਤੁਸੀਂ ਉੱਠਣਾ ਹੈ ਤੇ ਇੱਕ ਟਾਈਮ ਸਿਰ ਹੀ ਤੁਸੀਂ ਰੋਜ਼ਾ ਜਿਹੜਾ ਹੈਗਾ ਉਹ ਖੋਲ੍ਹਣਾ ਹੈ। ਇਸ ਕਰਕੇ ਤੁਸੀਂ ਇਹ ਦੇਖੋ ਵੀ ਰੋਜ਼ਾ ਜਿਹੜਾ ਹੈ ਉਹ ਤਿਆਗ ਵੀ ਹੈ, ਰੋਜ਼ਾ ਜਿਹੜਾ ਹੈ ਉਹ ਇਬਾਦਤ ਵੀ ਹੈ, ਔਰ ਰੋਜ਼ਾ ਜਿਹੜਾ ਹੈ ਉਹ ਡਿਸਿਪਲਨ ਵੀ ਹੈ। ਤਾਂ ਅੱਜ ਅਸੀਂ ਰੋਜ਼ੇ ਤੋਂ ਸਫਲ ਹੋ ਕੇ ਈਦ ਮਨਾ ਰਹੇ ਹਾਂ ਜੀ। ਤਾਂ ਸਵੇਰੇ ਅਸੀਂ ਤਿਆਰ ਹੋਏ। ਹਾਂ, ਸਵੇਰੇ ਦੇਖੋ ਉਹੀ ਗੱਲ, ਈਦ ਤਾਂ ਇੱਕ ਈਦ ਦਾ ਮਤਲਬ ਹੀ ਖੁਸ਼ੀ ਹੈ, ਖੁਸ਼ੀ। ਤੁਸੀਂ ਇਹ ਦੇਖੋ ਵੀ ਛੋਟੇ ਬੱਚੇ ਤਾਂ ਨਾ ਜਦੋਂ ਚੰਦ ਵੇਖ ਲੈਂਦੇ ਨੇ, ਤੁਸੀਂ ਯਕੀਨ ਕਰੋ ਉਹਨਾਂ ਨੂੰ ਚਾਅ ਇੰਨਾ ਚੜ੍ਹਦਾ ਹੈ ਕਿ ਛੋਟੇ ਬੱਚੇ ਤਾਂ ਸੌਂਦੇ ਹੀ ਨਹੀਂ ਕਿ ਸਵੇਰੇ ਜਿਹੜੀ ਹੈ ਉਹ ਈਦ ਪੜ੍ਹਨ ਜਾਣਾ ਹੈ। ਤੇ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਨਲਾਉਂਦੀਆਂ ਨੇ, ਉਹਨਾਂ ਦੀ ਖੁਸ਼ਬੂ ਲਗਾਉਂਦੀਆਂ ਨੇ, ਸੋਹਣੇ ਕੱਪੜੇ ਪਾਉਂਦੇ ਨੇ, ਤਾਂ ਈਦ ਪੜ੍ਹਨ ਜਿਹੜੇ ਨੇ ਜਾ ਰਹੇ ਨੇ। ਤਾਂ ਸਾਰੇ ਵੱਡੇ ਬਜ਼ੁਰਗ ਵੀ ਜਾਂਦੇ, ਵੱਡੇ ਬਜ਼ੁਰਗ ਤਾਂ ਦੇਖੋ, ਵੱਡੇ ਬਜ਼ੁਰਗ ਸਾਰਿਆਂ ਨੇ ਜਾਣਾ ਹੈ। ਔਰ ਦੂਜੀ ਗੱਲ ਇਹ ਹੈ ਵੀ ਜਿਹੜੀ ਅੰਦਰਲੀ ਖੁਸ਼ੀ ਹੈ ਉਹ ਸੱਚਮੁੱਚ ਜਿਹੜੀ ਹੈਗੀ ਹੈ ਵੀ ਈਦ ਤੋਂ ਜਾਂ ਫਿਰ ਬੱਚੋਂ ਕੀ ਹੈ ਜਾਂ ਫਿਰ ਰੋਜ਼ਾਦਾਰਾਂ ਕੀ ਹੈ। ਦੇਖੋ ਜਿਹਨੇ ਰੋਜ਼ੇ ਹੀ ਨਹੀਂ ਰੱਖੇ ਤੇ ਉਹਦਾ ਈਦ ਦਾ ਜਿਹੜਾ ਉਹ ਆਨੰਦ ਜਿਹੜਾ ਹੈ, ਉਹਦੀ ਖੁਸ਼ੀ ਜਿਹੜੀ ਹੈ ਉਹ ਨਹੀਂ ਇੰਨੀ ਮਨਾ ਸਕਦਾ। ਸੋ ਜਦੋਂ ਅਸੀਂ ਈਦਗਾਹ ਪਹੁੰਚੇ, ਈਦਗਾਹ ਜਾ ਕੇ ਅਸੀਂ ਨਮਾਜ਼ ਅਦਾ ਕੀਤੀ, ਸ਼ੁਕਰਾਨਾ ਅਦਾ ਕੀਤਾ, ਦੁਆ ਪੜ੍ਹੀ ਸਾਰਿਆਂ ਦੇ ਵਾਸਤੇ। ਔਰ ਉਸ ਤੋਂ ਬਾਅਦ ਕਿਉਂਕਿ ਦੁਆ ਦੇ ਵਿੱਚ ਅਸੀਂ ਸਭ ਦੀ ਮੰਗਲ ਕਾਮਨਾ, ਸਭ ਦੇ ਵਾਸਤੇ ਦੁਆ, ਸ਼ਾਂਤੀ, ਖੁਸ਼ੀਆਂ ਮੰਗਦੇ ਹਾਂ। ਉਸ ਤੋਂ ਬਾਅਦ ਅਸੀਂ ਗਲੇ ਮਿਲਦੇ ਹਾਂ। ਇਹ ਗਲੇ ਮਿਲਣ ਦਾ ਜੋ ਧਾਰਮਿਕ ਮਹੱਤਵ ਹੈ, ਦੇਖੋ ਗੱਲ ਇਹ ਹੈ, ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜੀ। ਇੱਕ ਖੁਸ਼ੀ ਦਾ ਇਜ਼ਹਾਰ ਹੈ, ਠੀਕ ਹੈ। ਕਈ ਵਾਰੀ ਬੰਦਾ ਸਲਾਮ ਵੀ ਕਰਦਾ ਹੈ ਤੇ ਜਦੋਂ ਤੁਹਾਨੂੰ ਕੋਈ ਬੰਦਾ ਮਿਲਦਾ ਹੈ ਤੁਸੀਂ ਦਿਲੋਂ ਚਾਹ ਨਾਲ ਮਿਲਦੇ ਹੋ। ਔਰ ਸਾਈਕੋਲੋਜੀ ਵਾਲੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਨਾਲ ਹੱਥ ਮਿਲਾਉਂਦੇ ਹੋ ਜੀ ਜੀ ਤਾਂ ਹੱਥ ਦੀ ਜਿਹੜੀ ਗ੍ਰਿਪ ਹੈ ਉਹ ਦੱਸਦੀ ਹੈ ਕਿ ਬੰਦਾ ਤੁਹਾਡੇ ਲਈ ਕਿੰਨਾ ਪਿਆਰ ਆਪਣੇ ਮਨ 'ਚ ਰੱਖਦਾ ਹੈ। ਕਈ ਵਾਰੀ ਲੋਕ ਹੱਥ ਮਿਲਾਉਂਦੇ ਨੇ ਤੇ ਲੱਗਦਾ ਹੈ ਕਿ ਹੱਥ ਮਿਲਾਇਆ ਹੀ ਨਹੀਂ, ਕਈ ਵਾਰੀ ਹੱਥ ਮਿਲਾਉਂਦੇ ਨੇ ਤੇ ਮੂੰਹ ਉੱਧਰ ਨੂੰ ਕਰ ਲੈਂਦੇ ਨੇ, ਕਿਉਂਕਿ ਈਦ ਜਿਹੜੀ ਹੈ 1 ਸਾਲ ਤੋਂ ਉਡੀਕਿਆ ਜਾਂਦਾ ਹੈ। ਇਸ ਕਰਕੇ ਜਿਹੜਾ ਵੀ ਮਿੱਤਰ ਮਿਲਦਾ ਲੱਗਦਾ ਯਾਰ ਵੀ ਇਹਨੂੰ ਗਲੇ ਲਗਾਈਏ। ਔਰ ਦੂਜੀ ਗੱਲ ਇਹ ਹੈ ਵੀ ਤੁਸੀਂ ਇਹ ਸਵਾਲ ਕੀਤਾ ਵੀ ਇਹ ਕੋਈ ਧਾਰਮਿਕ, ਦੇਖੋ ਮੇਰੀ ਗੱਲ ਸੁਣੋ, ਧਰਮ ਦੇ ਵਿੱਚ ਮਤਲਬ ਇਸਲਾਮ ਧਰਮ ਦੇ ਵਿੱਚ ਕੋਈ ਇਹਦਾ ਕੋਈ ਬਹੁਤ ਜ਼ਿਆਦਾ ਕਿ ਇੱਦਾਂ ਹੀ ਗਲੇ ਲੱਗ ਕੇ ਮਿਲਣਾ ਹੈ, ਇਹ ਕੋਈ ਮਹੱਤਵ ਨਹੀਂ। ਹਾਂਜੀ, ਉਹ ਤਾਂ ਖੁਸ਼ੀ ਦਾ ਇਜ਼ਹਾਰ ਹੈ। ਇਸ ਪਰ ਦੂਜੀ ਗੱਲ ਹੋ ਸਕਦਾ ਹੈ ਮੇ ਬੀ ਇਹ ਆਸ਼ਕਾਂ ਦੀ ਕਾਢ ਹੋਵੇ ਹੈ ਨਾ, ਈਦ ਵਾਲੇ ਦਿਨ ਜੱਫੀ ਪਾਣੀ ਹੈ ਜੀ, ਮਤਲਬ ਮੇ ਬੀ ਕੋਈ ਇਟ ਮੇ ਬੀ ਐਨ ਇਨਵੈਂਸ਼ਨ, ਪਰ ਅਦਰਵਾਈਜ਼ ਜੇ ਇਸਲਾਮਿਕ ਪੁਆਇੰਟ ਆਫ ਵਿਊ ਨਾਲ ਵੇਖੀਏ ਤਾਂ ਖੁਸ਼ੀ ਦਾ ਇਜ਼ਹਾਰ ਹੈ। ਪਰ ਇਹ ਕੋਈ ਨਹੀਂ ਵੀ 3 ਵਾਰੀ ਇੱਧਰ ਮਿਲਣਾ ਹੈ ਤੇ 3 ਵਾਰੀ ਇੱਧਰ ਮਿਲਣਾ ਹੈ ਤੇ ਜੱਫੀ ਪਾਣੀ ਹੈ। ਇਸਲਾਮਿਕ ਪੁਆਇੰਟ ਆਫ ਵਿਊ ਨਾਲ ਮਤਲਬ ਇਹਦਾ ਕੋਈ ਬਹੁਤ ਮੇਰੇ ਖਿਆਲ ਹੈ ਕੋਈ ਇੰਪੋਰਟੈਂਟ, ਕਿਉਂਕਿ ਜਦੋਂ ਅਸੀਂ ਕਿਸੇ ਵੀ ਰਿਚੁਅਲ ਦੀ ਗੱਲ ਕਰਦੇ ਹਾਂ, ਰਿਚੁਅਲ ਦੀ ਗੱਲ ਕਰਦੇ ਕਿਸ ਤਰ੍ਹਾਂ ਅਸੀਂ ਮਨਾ ਰਹੇ ਹਾਂ, ਉਹ ਕੀ ਹੈ ਕਿ
ਪੂਰੇ ਕਲਚਰ ਨੂੰ, ਪੂਰੇ ਸੱਭਿਆਚਾਰ ਨੂੰ ਸਾਹਮਣੇ ਲੈ ਕੇ ਆਉਂਦਾ ਹੈ, ਉਹਦਾ ਅਕਸ ਹੈ। ਹਾਂ ਬਿਲਕੁਲ, ਕੋਈ ਵੀ ਤਿਉਹਾਰ ਸੱਭਿਆਚਾਰ ਦਾ ਅਕਸ ਹੈ, ਠੀਕ ਹੈ। ਔਰ ਭਾਰਤ ਦੇ ਵਿੱਚ ਤੇ ਅਸੀਂ ਅਨੇਕਾਂ ਤਿਉਹਾਰ ਮਨਾਉਂਦੇ ਹਾਂ, ਇਹ ਸਾਰੇ ਤਿਉਹਾਰ ਸਾਡੇ ਸੱਭਿਆਚਾਰ ਦਾ ਅਕਸ ਨੇ। ਠੀਕ ਹੈ। ਸੋ ਅਸੀਂ ਗਲੇ ਮਿਲਣ ਦੀ ਗੱਲ ਕੀਤੀ, ਅਸੀਂ ਖਾਣ ਪੀਣ ਦੀ ਗੱਲ ਕੀਤੀ, ਠੀਕ ਹੈ। ਅਸੀਂ ਈਦੀ ਦੀ ਗੱਲ ਕੀਤੀ, ਠੀਕ ਹੈ। ਇੱਕ ਅਸੀਂ ਜ਼ਕਾਤ ਦੀ ਗੱਲ ਕਰਾਂਗੇ। ਜਦੋਂ ਅਸੀਂ ਦਾਨ ਦਿੰਦੇ ਹਾਂ, ਜ਼ਰੂਰਤਮੰਦਾਂ ਦੇ ਵਿੱਚ ਉਹ ਚੀਜ਼ਾਂ ਦਿੰਦੇ ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ, ਉਸ ਦਾ ਕੀ ਮਹੱਤਵ ਹੈ? ਦੇਖੋ, ਜ਼ਕਾਤ ਦਾ ਤਸੱਵਰ ਵੀ ਜੇ ਆਪਾਂ ਕਹਿ ਲਈਏ ਜੀ, ਤਾਂ ਮੇਰੇ ਖਿਆਲ ਹੈ ਸਾਰੇ ਧਰਮਾਂ 'ਚ ਹੈ। ਸਾਰੇ ਧਰਮਾਂ 'ਚ ਜ਼ਕਾਤ ਦਾ ਤਸੱਵਰ ਹੈ। ਕਿਤੇ ਇਹਨੂੰ ਦੇਖੋ, ਜਿਵੇਂ ਜੇ ਆਪਾਂ ਉਹ ਲਾ ਲਈਏ ਤਾਂ ਦਾਨ ਪੁੰਨ ਜਿਹੜਾ ਹੈ ਜੀ, ਉਹ ਮੇਰੇ ਖਿਆਲ ਹੈ ਹਰ ਧਰਮ ਦੇ ਵਿੱਚ ਮੌਜੂਦ ਹੈ। ਤੇ ਕਈਆਂ ਨੇ ਇਸ ਦਾਨ ਪੁੰਨ ਨੂੰ ਮਤਲਬ ਆਪਣੇ ਧਰਮ ਦਾ ਜਿਹੜਾ ਹੈਗਾ ਉਹ ਹਿੱਸਾ ਬਣਾਇਆ, ਤੇ ਹਿੱਸਾ ਵੀ ਏਡੇ ਚਾਅ ਤੇ ਮਲਾਰ ਨਾਲ ਬਣਾਇਆ। ਜੀ ਜੀ, ਦੇਖੋ ਤੁਸੀਂ ਇਮੇਜਿਨ ਕਰੋ, ਬਾਬਾ ਨਾਨਕ ਨੇ ਇਹ ਗੱਲ ਆਖੀ ਸੀ ਕਿ ਆਪਣੀ ਵੰਡ ਛਕੋ। ਜੀ ਜੀ ਜੀ, ਤੇ ਇਹਦਾ ਮਤਲਬ ਤੁਸੀਂ ਦੇਖੋ ਤਾਂ ਸੀ ਕੀ ਹੈ। ਔਰ ਇਹੀ ਗੱਲ ਜਿਹੜੀ ਹੈਗੀ, ਜਿਹਨੂੰ ਆਪਾਂ ਇਨਡਾਇਰੈਕਟ ਵੇ ਨਾਲ ਕਹਿ ਲਈਏ ਤਾਂ ਜ਼ਕਾਤ ਦਾ ਤਸੱਵਰ ਜਿਹੜਾ ਇਹ ਹੈ, ਤੁਸੀਂ ਯਕੀਨ ਕਰੋ ਕਿ ਇੱਕ ਰਵਾਇਤ ਹੈ ਕਿ ਇੱਕ ਬੱਚਾ, ਲੋਕ ਈਦ ਪੜ੍ਹਨ ਜਾ ਰਹੇ ਨੇ ਜੀ, ਤੇ ਇੱਕ ਬੱਚਾ ਜਿਹੜਾ ਹੈ ਉਹ ਕਾਰਨਰ 'ਚ ਖੜਾ ਹੈ। ਉਹਨੂੰ ਕਿਸੇ ਨੇ ਪੁੱਛਿਆ ਕਿ ਤੂੰ ਈਦ ਪੜ੍ਹਨ ਨਹੀਂ ਗਿਆ? ਕਹਿੰਦਾ ਜੀ ਮੇਰੇ ਮਾਂ ਬਾਪ ਨਹੀਂ ਹੈਗੇ ਹੈ, ਤੇ ਮਤਲਬ ਮੇਰੇ ਕੋਲ ਸੋਨੇ ਕੱਪੜੇ ਨਹੀਂ। ਤਾਂ ਇਹ ਰਵਾਇਤ ਹੈ ਕਿ ਕਿਸੇ ਬਜ਼ੁਰਗ ਨੇ, ਬਹੁਤ ਬੜੇ ਬਜ਼ੁਰਗ ਨੇ, ਉਸ ਬੱਚੇ ਨੂੰ ਚੁੱਕਿਆ ਤੇ ਚੁੱਕ ਕੇ ਆਪਣੇ ਮੋਢਿਆਂ ਤੇ, ਉਹ ਕਹਿੰਦੇ ਜੀ ਮੇਰੇ ਪਾਪਾ ਜੇ ਜਿਉਂਦੇ ਹੁੰਦੇ ਮੈਨੂੰ ਮੋਢਿਆਂ ਤੇ ਬਿਠਾਉਂਦੇ। ਤਾਂ ਉਹ ਮਤਲਬ ਜਿਹੜਾ ਜ਼ਿਕਰ ਹੈ ਉਹਨਾਂ ਨੇ ਮੋਢਿਆਂ ਤੇ ਬਿਠਾਇਆ। ਤੇ ਇਹ ਕੀ ਹੈ? ਇਹ ਇੱਕ ਤਸੱਵਰ ਹੈ, ਮਤਲਬ ਤਾਂ ਕਿ ਇਹ ਅਹਿਸਾਸ ਹੋ। ਔਰ ਦੂਜੀ ਗੱਲ ਇਹ ਹੈ ਵੀ ਮੰਨ ਲਓ ਤੁਹਾਡੇ ਘਰ ਪੈਸੇ ਪਏ ਨੇ, ਤੁਹਾਡੇ ਕੋਲ ਫਾਲਤੂ ਪੈਸੇ ਨੇ, ਤੁਹਾਡੇ ਕੋਲ 100 ਦੇ ਵਿੱਚੋਂ ਜਿਹਨੂੰ ਆਪਾਂ ਕਹਿੰਦੇ ਹਾਂ ਕੁਛ ਹਿੱਸਾ ਜਿਹੜਾ ਹੈ, ਕੁਛ ਸ਼ੇਅਰ ਜਿਹੜਾ ਹੈਗਾ ਜ਼ਕਾਤ ਦਾ, ਤੇ ਉਹ ਤਸੱਵਰ ਇਹ ਹੈ ਜਿਹਨੂੰ ਆਪਾਂ ਡੀਸੈਂਟਰਲਾਈਜੇਸ਼ਨ ਕਹਿੰਦੇ ਹਾਂ। ਜੀ ਜੀ ਜੀ, ਅਸਲੀ ਤਸੱਵਰ ਜ਼ਕਾਤ ਦਾ ਡੀਸੈਂਟਰਲਾਈਜੇਸ਼ਨ ਹੈ। ਉਹਦੇ ਵਿੱਚ ਇਹ ਹੈ ਵੀ ਯਾਰ ਈਦ ਵਾਲੇ ਦਿਨ ਘੱਟੋ ਘੱਟ ਉਹਦੇ ਫਿਤਰਾ ਹੈ ਵੀ ਜਿਹੜਾ ਬੰਦਾ ਡਿਜ਼ਰਵ ਕਰਦਾ ਉਹਨੂੰ ਕੁਝ ਨਾ ਕੁਝ ਰਕਮ ਜਿਹੜੀ ਹੈਗੀ ਹੈ ਫਿਤਰੇ ਦੇ ਤੌਰ ਤੇ ਦਿੱਤੀ ਜਾਵੇ। ਜ਼ਕਾਤ ਹੈਗਾ ਵੀ, ਜ਼ਕਾਤ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਤੁਸੀਂ ਇੱਕ ਹੱਥ ਨਾਲ ਅਗਰ ਕਿਸੇ ਨੂੰ ਜ਼ਕਾਤ ਦਿੰਦੇ ਹੋ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ। ਇਹ ਨਾ ਹੋਵੇ ਵੀ ਕਿਸੇ ਢੰਡੂਰਾ ਤੁਸੀਂ ਗਰੀਬੀ ਦਾ, ਔਰ ਸੱਚਮੁੱਚ ਜੇ ਆਪਾਂ ਦੇਖੀਏ ਤਸੱਵਰ ਕੀ ਨੇ, ਜਿਹੜੇ ਸੱਚਮੁੱਚ ਡਿਜ਼ਰਵ ਕਰਦੇ ਨੇ ਨਾ ਸਰ, ਉਹ ਤਾਂ ਕਿਸੇ ਅੱਗੇ ਹੱਥ ਅੜਦੇ ਹੀ ਨਹੀਂ। ਤੁਸੀਂ ਉਹ ਇਹੀ ਕਹਿੰਦੇ ਜਿਹੜੇ ਨਹੀਂ, ਜਿਹੜੇ ਜਿਵੇਂ ਬੈਗਿੰਗ ਜਿਹੜੀ ਹੈ ਇਸਲਾਮ ਦੇ ਵਿੱਚ ਕੋਈ ਬਹੁਤ ਵਧੀਆ ਉਹਦੇ ਨਾਲ ਨਹੀਂ ਵੇਖੀ ਜਾਂਦੀ। ਬੈਗਿੰਗ ਨਜ਼ਰ ਅੱਛੀ ਨਹੀਂ, ਹਾਂ ਬੈਗਿੰਗ ਮੇਰੇ ਖਿਆਲ ਹਰ ਧਰਮ ਦੇ ਵਿੱਚ ਬੈਗਿੰਗ ਨੂੰ ਜਿਹੜਾ ਹੈਗਾ ਉਹ ਬਹੁਤ ਨਹੀਂ ਮੰਨਿਆ ਜਾਂਦਾ। ਪਰ ਜ਼ਕਾਤ ਜਿਹੜਾ ਹੈਗਾ ਵੀ ਅਗਰ ਕੋਈ ਬੰਦਾ ਡਿਜ਼ਰਵ ਕਰਦਾ ਹੈ ਤਾਂ ਉਸਨੂੰ ਤੁਸੀਂ ਖਾਮੋਸ਼ੀ ਦੇ ਨਾਲ ਉਸਨੂੰ ਅਗਰ ਕੋਈ ਪੈਸੇ ਦੇ ਦਿੰਦੇ ਹੋ ਤਾਂ ਉਹ ਬੰਦਾ ਵੀ ਹੋ ਸਕਦਾ ਹੈ ਉਹਦੇ ਕੱਪੜੇ ਸਿਲਾਵੇ, ਹੋ ਸਕਦਾ ਹੈ ਉਹਦਾ ਮਤਲਬ ਜਿਹੜਾ ਹੈਗਾ ਨਵੇਂ ਕੱਪੜੇ ਪਾਵੇ, ਉਹ ਵੀ ਤੁਹਾਡੀ ਖੁਸ਼ੀ ਦੇ ਵਿੱਚ, ਅਮੀਰਾਂ ਦੀ ਖੁਸ਼ੀ ਦੇ ਵਿੱਚ ਗਰੀਬ ਵੀ ਸ਼ਾਮਿਲ ਹੋ ਜਾਵੇ। ਤੇ ਇਹ ਜਿਹੜਾ ਸੀਗਾ ਇਹ ਜ਼ਕਾਤ ਦਾ ਤਸੱਵਰ ਹੈ। ਦੇਖੋ ਨਾ, ਅਸੀਂ ਸਾਰੇ ਖੁਦਾ ਦੇ ਬੱਚੇ ਹਾਂ ਔਰ ਸਾਰੇ ਇੱਕ ਦੂਜੇ ਦੇ ਹੰਝੂ ਪੂੰਝੀਏ। ਅਸੀਂ ਖੁਦਾ ਦੀ ਮਖਲੂਕ ਹਾਂ ਜੀ। ਇਹ ਗੱਲ ਕਹਿ ਲਈਏ ਬੱਚੇ ਨਹੀਂ, ਕਿਉਂਕਿ खुदा कुल हो अल्लाहु अहद अल्लाहु समद लम यलिद वलम यूलद वलम यकुल लहु कुफुवन अहद। कहो कि रब एक है, उसकी कोई औलाद नहीं, कोई कुछ नहीं, उसका कोई वजूद नहीं। सेम इज़ द केस विद, तुसी ये देखो बाबा नानक ने ये गल कही है, एक ओंकार सतनाम करता पुरख निरपौ निर्वैर। सेम इज़ द तसव्वर कुल हो अल्लाहु अहद अल्लाहु समद लम यलिद वलम यूलद वलम यकुल लहु कुफुवन अहद। इत्थे तक कि हिंदू तो मैंने आदि ग्रंथां दा मैंने अध्ययन किया तो मैं बिल्कुल ऑथेंटिक वे नाल गल कहना कि हिंदू आदि ग्रंथां दे विच भी ये गल लिखी है कि एको ब्रह्मा द्वितीय न नास्ति, रब एक है। और यही गल मेरे ख्याल है सारे धर्म यही गल कह रहे हैं। बाइबल ये गल कह रही है कि इन द बिगनिंग गॉड मेड द हेवन एंड द अर्थ एंड द अर्थ वाज विदाउट प्रोफाइल, वन डे गॉड सेड लेट देयर बी अ लाइट एंड देयर वाज अ लाइट। ते यही गल जेडी हैगी अव्वल अल्लाह नूर पाया कुदरत के सब बंदे एक नूर ते सब जग उपजा कौन भले कौन बंदे। बहुत खूब। तुसी जो बच्चे दी गल कीती है, एक शायर ने क्या खूब लिखा है, घर से मस्जिद है बहुत दूर, चलो यूं कर ले किसी रोते हुए बच्चे को हंसाया जाए। देखो किसी रोंदे होए नूं हंसाना भी एक इबादत है, बिल्कुल है। किसी गरीब दे घर अगर तुहाडी 4 पैसे दे नाल चुल्हा जल जाता है, ये भी एक इबादत है। दूजी गल अगर आपां गल करिए त्यौहारां दी महत्ता की है, ये तुसी मतलब पुछ सकते हो कि आम तौर ते त्यौहारां दी की महत्ता है। ते मैं समझदा ये मतलब गल कीती जा सकती है। देखो अगर मान लो असी त्यौहार कढ़ दईए जी, तो मेरा ख्याल है जे असी देखिए त्यौहारां दी महत्ता, कोई भी त्यौहार है, चाहे वो दिवाली है, चाहे वो दशहरा है, चाहे वो गुरपर्व है, चाहे वो ईद है, चाहे वो बकरा ईद है,
ਚਾਹੇ ਕੁਝ ਤਿਉਹਾਰ ਜਿੰਨੇ ਵੀ ਨੇ, ਤੇ ਬੱਚੇ ਘਰ ਦੇ ਵਿੱਚ ਆਮ ਤੌਰ ਤੇ ਬਜ਼ੁਰਗ ਇਹ ਗੱਲ ਕਹਿੰਦੇ ਨੇ, ਮਾਮਾ ਕਹਿੰਦੀਆਂ ਨੇ, ਭੈਣਾਂ ਕਹਿੰਦੀਆਂ ਨੇ ਵੀ ਜੀ ਦੀਵਾਲੀ ਆ ਰਹੀ ਹੈ, ਈਦ ਆ ਰਹੀ ਹੈ, ਘਰ ਦੇ ਵਿੱਚ ਕਲੀ ਕਰਾ ਲਓ। ਘਰ ਦੇ ਵਿੱਚ ਕਲੀ ਕਰਾ ਲਓ, ਘਰ ਦਾ ਅਗਰ ਫਰਸ਼ ਟੁੱਟਿਆ ਹੋਇਆ ਉਹਨੂੰ ਠੀਕ ਕਰਾ ਲਓ, ਨਵੇਂ ਕੱਪੜੇ ਲਿਆਓ। ਤੁਸੀਂ ਘਰ ਦੇ ਵਿੱਚ ਕਲੀ ਕਰਾਈ, ਤਿਉਹਾਰਾਂ ਦਾ ਇੰਪੋਰਟੈਂਸ ਕੀ ਹੈ? ਜਿਹਨੇ ਕਲੀ ਕੀਤੀ ਉਹਦੇ ਘਰ ਪੈਸੇ ਗਏ। ਮਤਲਬ ਯਸ ਇਹਦੀ ਇੱਕ ਇਕਨੋਮੀ ਨੂੰ ਚਾਲੂ ਕਰਨ ਲਈ ਮੇਰਾ ਖਿਆਲ ਹੈ ਤਿਉਹਾਰ ਜਿਹੜੇ ਨੇ ਦੇ ਆਰ ਵੈਰੀ ਇੰਪੋਰਟੈਂਟ। ਅਗਰ ਤਿਉਹਾਰ ਨਾ ਹੋਣ ਤਾਂ ਹੋ ਸਕਦਾ ਹੁਣ ਮਾਂ-ਬਾਪ ਕੋਲ ਕੀ ਹੈ, ਬੱਚਾ ਕਹਿੰਦਾ ਮੈਨੂੰ ਨਵਾਂ ਸੂਟ ਲਿਆ ਕੇ ਦਿਓ, ਤੇ ਮਾਂ-ਬਾਪ ਕਹਿ ਰਹੇ ਨੇ ਪੁੱਤਰ ਤੈਨੂੰ ਈਦ ਨੂੰ ਲਿਆ ਕੇ ਦੇਵਾਂਗੇ। देयर इज अ रीजन। ਯਸ देयर इज अ रीजन। ਈਦ ਨੂੰ ਨਵੇਂ ਕੱਪੜੇ ਆਉਂਦੇ ਨੇ, ਦਰਜੀ ਕੱਪੜੇ ਸਿੰਦਾ ਹੈ ਤੇ ਉਹ ਪੈਸੇ ਜਿਹੜੇ ਨੇ ਉਹ ਦਰਜੀ ਕੋਲ ਚਲੇ ਜਾਂਦੇ ਨੇ। ਤੇ ਇਕਨੋਮਿਕ ਮਤਲਬ ਜਿਹੜਾ ਸਰਕਲ ਹੈ, ਯਸ ਪ੍ਰੈਕਟੀਕਲ ਇਜ਼ ਵੈਰੀ ਇੰਪੋਰਟੈਂਟ। ਤਿਉਹਾਰ ਜਿਹੜੇ ਨੇ ਉਹ ਕਿਸੇ ਵੀ ਕੌਮ ਦਾ ਆਈਨ ਹੈ। ਸੋ ਸਰ ਇੱਕ ਚੀਜ਼ ਮੈਂ ਜਾਂਦੇ ਜਾਂਦੇ ਤੁਹਾਡੇ ਨਾਲ ਇਹ ਕਰਨਾ ਚਾਹਾਂਗਾ, ਜਿਸ ਤਰ੍ਹਾਂ ਅੱਜ ਕੱਲ ਕੋਵਿਡ ਹੈ, ਕਰੋਨਾ ਹੈ, ਬਿਲਕੁਲ ਤੇ ਕਰੋਨਾ ਦੇ ਉੱਤੇ ਤੁਹਾਡਾ ਕੀ ਸੰਦੇਸ਼ ਹੈ? ਈਦ ਕਿੱਦਾਂ ਮਨਾਈਏ? ਦੇਖੋ ਗੱਲ ਪਤਾ ਕੀ ਹੈ, ਜਿਹੜੇ ਰੋਜ਼ੇ ਨੇ ਮੇਰਾ ਖਿਆਲ ਹੈ ਉਹ ਕਰੋਨਾ ਦੇ ਜਿਹੜਾ ਕਰੋਨਾ ਹੈ ਜੀ ਇੰਨਾ ਜ਼ਿਆਦਾ ਸੂਟੇਬਲ ਨੇ ਰੋਜ਼ੇ। ਜਿਵੇਂ ਫੋਰ ਐਗਜ਼ਾਮਪਲ ਕਰੋਨਾ ਵਾਲੇ ਕਹਿੰਦੇ ਨੇ ਕਿ ਹੱਥ ਧੋਵੋ, ਠੀਕ ਹੈ, ਤੇ ਰੋਜ਼ਿਆਂ ਦੇ ਵਿੱਚ ਤਾਂ 5 ਵਕਤ ਦੀ ਨਮਾਜ਼ ਜਿਹੜੀ ਹੈ ਉਹ ਹਰ ਵੇਲੇ 5 ਵਾਰੀ ਹੱਥ ਧੋਤੇ ਜਾਂਦੇ ਨੇ। ਜਦੋਂ ਤੁਸੀਂ ਮਸਜਿਦ ਦੇ ਵਿੱਚ ਜਾਂਦੇ ਹੋ ਤਾਂ ਹੱਥ ਧੋਣੇ ਹੋ, ਮੂੰਹ ਧੋਣੇ ਹੋ। ਔਰ ਦੂਜੀ ਉਹ ਕਹਿੰਦੇ ਨੇ ਡਿਸਟੈਂਸ ਰੱਖੋ ਔਰ ਜ਼ਰੂਰਤ ਤੋਂ ਜ਼ਿਆਦਾ ਜੰਕ ਫੂਡ ਨਾ ਖਾਓ। ਤੇ ਰੋਜ਼ਾ ਤਾਂ ਜਿਹੜਾ ਹੈਗਾ ਉਹ ਫਾਸਟ ਹੈ। ਇਸ ਤੋਂ ਬਾਅਦ ਡਿਸਟੈਂਸ, ਮੇਰੇ ਖਿਆਲ ਹੈ ਉਲਮਾ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਨਮਾਜ਼ ਜਿਹੜੀ ਹੈ ਡਿਸਟੈਂਸ ਨਾਲ ਪੜ੍ਹੀ ਜਾ ਸਕਦੀ ਹੈ। ਤੇ ਇਸ ਕਰਕੇ ਈਦ ਨੂੰ ਵੀ ਜਿਹੜਾ ਹੈਗਾ ਕਿਉਂਕਿ ਕਰਾਊਡ ਨਾ ਹੋਵੋ। ਔਰ ਦੂਜੀ ਗੱਲ ਇਸਲਾਮ ਧਰਮ ਇਹ ਗੱਲ ਕਹਿ ਰਿਹਾ ਹੈ, ਡੰਕੇ ਦੀ ਚੋਟ ਤੇ ਇਹ ਗੱਲ ਕਹਿ ਰਿਹਾ ਹੈ ਕਿ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਰਸਮਾਂ, ਰਿਚੁਅਲਸ, ਰਿਵਾਜ਼ਾਂ ਨਾਲੋਂ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਮੋਰ ਇੰਪੋਰਟੈਂਟ ਹੈ। ਇਸ ਕਰਕੇ ਜ਼ਿੰਦਗੀ ਨੂੰ ਬਚਾਉਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਤੇ ਇਹ ਜਿਹੜਾ ਡਿਸਟੈਂਸ ਰੱਖਿਆ ਗਿਆ ਹੈ ਇਹਦਾ ਕੀ ਹੈ? ਇਹ ਕੁਛ ਨਹੀਂ, ਇਹ ਇਨਸਾਨ ਦੀ ਹਿਫਾਜ਼ਤ ਲਈ ਕੁਛ ਸਟੈਪ ਨੇ। ਤੇ ਮੇਰੇ ਖਿਆਲ ਹੈ ਰੋਜ਼ੇਦਾਰ ਤਾਂ ਇਸ ਨੂੰ ਆਲਰੇਡੀ ਫੋਲੋ ਕਰ ਹੀ ਰਹੇ ਨੇ। ਬਿਲਕੁਲ ਜੀ। ਔਰ ਖੁਦਾ ਦੇ ਉੱਤੇ ਈਮਾਨ ਲੈ ਕੇ ਆਉਣਾ, ਕਿਉਂਕਿ ਇਹੀ ਸੰਦੇਸ਼ ਦਿੰਦੇ ਨੇ कि ऐसी कोई रात नहीं है जिसका होता नहीं सवेरा, कांटों का दुख झेलने वाले फूलों पे भी हक है तेरा। वाह वाह वाह। सो ईद दे दिन ਅਸੀਂ ਲਾਲਚ ਨੂੰ ਛੱਡ ਦਈਏ, ਕਿਉਂਕਿ ਜਦੋਂ ਇਨਸਾਨ ਦੇ ਅੰਦਰੋਂ ਲਾਲਚ ਨਿਕਲ ਗਿਆ ਤੇ ਉਹ ਵਾਕਈ ਇਨਸਾਨ ਬਣ ਗਿਆ ਜੋ ਨਬੀ ਸਾਹਿਬ ਦਾ ਸੰਦੇਸ਼ ਹੈ। ਦੇਖੋ ਯਸ ਜੀ, ਪਤਾ ਕੀ ਹੈ, ਰੋਜ਼ਾ ਜਿਹੜਾ ਹੈ ਉਹ ਸਮਝ ਲਓ ਰੋਜ਼ੇ ਜਿਹੜੇ ਨੇ ਉਹ ਟ੍ਰੇਨਿੰਗ ਨੇ ਜੀ, ਔਰ ਉਹ ਟ੍ਰੇਨਿੰਗ ਜਿਹੜੀ ਹੈਗੀ ਆ ਉਹ 1 ਮਹੀਨਾ ਦੀ ਹੈ। ਤੇ ਇਸ ਕਰਕੇ ਰੋਜ਼ਿਆਂ ਦਾ ਸੰਦੇਸ਼ ਇਹ ਹੈ ਵੀ ਹੁਣ ਤੁਸੀਂ ਜਿਹੜੇ ਨੇ ਰੋਜ਼ੇ ਰੱਖੇ, ਆਪਣੀ ਪਹਿਲੀ ਗੱਲ ਆਪਣੇ ਨਫਸ ਤੇ ਕਾਬੂ ਰੱਖਿਆ, ਤੁਹਾਨੂੰ ਇਹ ਅਹਿਸਾਸ ਹੋਇਆ ਕਿ ਭੁੱਖ ਕਿਹਨੂੰ ਕਹਿੰਦੇ ਨੇ, ਤੁਹਾਨੂੰ ਇਹ ਅਹਿਸਾਸ ਹੋਇਆ ਵੀ ਜਿਹੜੀ ਹੈਗੀ ਹੈ ਡਿਸਿਪਲਿਨ ਕਿਹਨੂੰ ਕਹਿੰਦੇ ਨੇ ਜੀ। ਔਰ ਉਸੇ ਚੀਜ਼ ਦੀ ਸੈਲੀਬ੍ਰੇਸ਼ਨ ਅਸੀਂ ਅੱਜ ਕਰ ਰਹੇ ਹਾਂ, ਈਦ ਉਲ ਫਿਤਰ ਮਨਾ ਰਹੇ ਹਾਂ, ਈਦ ਮਨਾ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਈਦ ਦੀ ਬਹੁਤ ਬਹੁਤ ਮੁਬਾਰਕਬਾਦ, ਬਰਕਤਾਂ ਮੁਬਾਰਕ, ਖੁਸ਼ੀਆਂ ਮੁਬਾਰਕ, ਔਰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਔਰ ਮਾਲਿਕ ਕਰੇ ਕਿ ਤੁਸੀਂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ। ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ ਤੁਹਾਡਾ ਵੀ। ਸ਼ੁਕਰੀਆ।